हाँ जी प्यारे बच्चों, सत श्री अकाल सारिਆਂ ਨੂੰ। ਕਿਵੇਂ ਹੋ ਤੁਸੀਂ? ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਆਪਾਂ ਕਰਨ ਜਾ ਰਹੇ ਹਾਂ ਜਮਾਤ ਚੌਥੀ, ਵਿਸ਼ਾ ਵਾਤਾਵਰਣ ਸਿੱਖਿਆ। ਉਸ ਦਾ ਪਾਠ ਨੰਬਰ ਦੂਸਰਾ ਹੈ ਪਾਰਕ ਦੀ ਸੈਰ। ਸੋ ਬੱਚਿਓ, ਤੁਸੀਂ ਵੀ ਕਿਸੇ ਨਾ ਕਿਸੇ ਪਾਰਕ ਵਿੱਚ ਸੈਰ ਕਰਨ ਜ਼ਰੂਰ ਗਏ ਹੋਵੋਗੇ। ਔਰ ਆਪਾਂ ਹੁਣ ਇਸ ਵਿੱਚ ਪੜ੍ਹਦੇ ਹਾਂ। ਪਿਆਰੇ ਬੱਚਿਓ, ਹਰ ਰੋਜ਼ ਸਾਡਾ ਵਾਸਤਾ ਬਹੁਤ ਸਾਰੀਆਂ ਵਸਤੂਆਂ ਨਾਲ ਪੈਂਦਾ ਹੈ, ਜਿਨ੍ਹਾਂ ਨੂੰ ਅਸੀਂ ਝੱਟ ਹੀ ਪਹਿਚਾਣ ਜਾਂਦੇ ਹਾਂ। ਕੀ ਤੁਹਾਨੂੰ ਪਤਾ ਹੈ ਕਿ ਅਸੀਂ ਇਹਨਾਂ ਵਸਤੂਆਂ ਦੀ ਪਛਾਣ ਸਿਰਫ ਦੇਖ ਕੇ ਹੀ ਨਹੀਂ ਕਰਦੇ, ਸਗੋਂ ਸਾਡੀ ਚਮੜੀ, ਨੱਕ ਅਤੇ ਕੰਨ ਵੀ ਇਸ ਕੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਅਸੀਂ ਕਿਸੇ ਵਸਤੂ ਨੂੰ ਛੂਹ ਕੇ, ਸੁੰਘ ਕੇ ਜਾਂ ਉਸ ਦੀ ਆਵਾਜ਼ ਸੁਣ ਕੇ ਵੀ ਪਹਿਚਾਣ ਸਕਦੇ ਹਾਂ, ਭਾਵੇਂ ਸਾਡੀਆਂ ਅੱਖਾਂ ਬੰਦ ਹੀ ਕਿਉਂ ਨਾ ਹੋਣ। ਆਓ ਕੁਝ ਬੱਚਿਆਂ ਦੁਆਰਾ ਪਾਰਕ ਦੀ ਸੈਰ ਦੌਰਾਨ ਕੀਤੇ ਅਨੁਭਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸੋ ਬੱਚਿਓ, ਇਸ ਦੇ ਅੰਦਰ ਜੋ ਦੱਸਿਆ ਗਿਆ ਹੈ ਬਿਲਕੁਲ ਸਹੀ ਹੈ। ਇਹ ਆਪਣੀਆਂ ਜੋ ਗਿਆਨੇਂਦਰੀਆਂ ਹਨ, ਇਹਨਾਂ ਨਾਲ ਆਪਾਂ ਚਮੜੀ ਹੈ, ਕੰਨ ਹੈ, ਨੱਕ ਹੈ, ਕਿਸੇ ਵੀ ਵਸਤੂ ਦਾ ਪਤਾ ਲਾ ਸਕਦੇ। ਕੀ ਕਹਿੰਦੇ ਹੋ? ਕਹਿੰਦੇ ਕਿਰਨ ਅੱਜ ਬਹੁਤ ਖੁਸ਼ ਸੀ, ਕਿਉਂਕਿ ਉਹ ਜਮਾਤ ਵਿੱਚ ਪਹਿਲੇ ਸਥਾਨ 'ਤੇ ਰਹੀ ਸੀ। ਘਰ ਆ ਕੇ ਉਸ ਨੇ ਬਸਤਾ ਰੱਖਿਆ ਅਤੇ ਫਟਾਫਟ ਆਪਣੇ ਪਿਤਾ ਜੀ ਕੋਲ ਇਹ ਗੱਲ ਦੱਸਣ ਲਈ ਗਈ। ਪਿਤਾ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਕਿਰਨ ਨੂੰ ਸ਼ਾਬਾਸ਼ ਦਿੰਦੇ ਹੋਏ ਉਸ ਦਾ ਮੋਢਾ ਸਖਤ ਪਾਇਆ। ਕਿਰਨ ਨੂੰ ਇਹ ਬਹੁਤ ਚੰਗਾ ਲੱਗਿਆ। ਕਿਰਨ ਦੇ ਪਿਤਾ ਨੇ ਉਸ ਦੀ ਮੰਮੀ ਨੂੰ ਆਵਾਜ਼ ਦਿੱਤੀ, ਆਹ ਦੇਖੋ, ਆਪਣੀ ਬੇਟੀ ਜਮਾਤ ਵਿੱਚੋਂ ਫਸਟ ਆਈ ਹੈ। ਕਿਰਨ ਕੱਲ੍ਹ ਸ਼ਰਾਰਤਾਂ ਕਰਨ ਤੋਂ ਹਟ ਨਹੀਂ ਸੀ। ਸ਼ਰਾਰਤਾਂ ਕਰਨ ਤੋਂ ਹਟ ਨਹੀਂ ਰਹੀ ਸੀ। ਇਸ ਤਰ੍ਹਾਂ ਕਰਦਿਆਂ ਜਦ ਉਸ ਨੇ ਆਪਣੇ ਕੱਪੜਿਆਂ ਉੱਤੇ ਚਾਹ ਡੋਲ ਲਈ ਤਾਂ ਉਸ ਦੀ ਮੰਮੀ ਨੇ ਖਿਝ ਕੇ ਝਿੜਕ ਦਿੱਤਾ ਸੀ। ਇਸ ਕਰਕੇ ਕਿਰਨ ਆਪਣੀ ਮੰਮੀ ਨਾਲ ਗੁੱਸੇ ਸੀ ਅਤੇ ਉਸ ਨਾਲ ਬੋਲ ਨਹੀਂ ਰਹੀ ਸੀ। ਜਦ ਮੰਮੀ ਨੇ ਆ ਕੇ ਉਸ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਪਿਆਰ ਨਾਲ ਪਲੋਸਿਆ ਤਾਂ ਉਹ ਆਪਣਾ ਸਾਰਾ ਗੁੱਸਾ ਭੁੱਲ ਗਈ ਅਤੇ ਖੁਸ਼ ਹੋ ਗਈ। ਉਸ ਨੇ ਮੰਮੀ ਨਾਲ ਅੱਗੇ ਤੋਂ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਨਾ ਕਰਨ ਦਾ ਵਾਅਦਾ ਵੀ ਕੀਤਾ, ਜਿਨ੍ਹਾਂ ਨਾਲ ਉਸ ਦਾ ਜਾਂ ਕਿਸੇ ਹੋਰ ਦਾ ਨੁਕਸਾਨ ਹੋਵੇ। ਪਿਤਾ ਜੀ ਨੇ ਦੱਸਿਆ ਕਿ ਗੁੱਸਾ ਅਤੇ ਖੁਸ਼ੀ ਸਾਡੀਆਂ ਭਾਵਨਾਵਾਂ ਹਨ, ਜਿਨ੍ਹਾਂ ਨੂੰ ਸਾਡਾ ਮਨ ਮਹਿਸੂਸ ਕਰਦਾ ਹੈ। ਪ੍ਰਸ਼ਨ ਹੈ ਬੱਚਿਓ, ਜਦੋਂ ਕੋਈ ਤੁਹਾਡੀ ਪਿੱਠ ਥਾਪੜ ਕੇ ਸ਼ਾਬਾਸ਼ ਦਿੰਦਾ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ? ਸੋ ਬੱਚਿਓ, ਆਪਾਂ ਨੂੰ ਮਾਣ ਮਹਿਸੂਸ ਹੁੰਦਾ ਹੈ। ਕੀ ਮਹਿਸੂਸ ਹੁੰਦਾ ਹੈ? ਮਾਣ। ਵਧੀਆ ਲੱਗਦਾ ਹੈ, ਆਪਣੇ ਆਪ 'ਤੇ ਚੰਗਾ ਲੱਗਦਾ ਹੈ। ਠੀਕ ਹੈ। ਸੋ ਇਹ ਜਿਹੜੀ ਸ਼ਾਬਾਸ਼ ਹੈ, ਆਪਾਂ ਨੂੰ ਬਹੁਤ ਹੋਰ ਵਧੀਆ ਕਰਨ ਵਾਸਤੇ ਪ੍ਰੇਰਿਤ ਵੀ ਕਰਦੀ ਹੈ। ਸ਼ਾਮ ਨੂੰ ਕਿਰਨ ਅਤੇ ਉਸ ਦਾ ਵੱਡਾ ਭਰਾ ਰਾਜੂ ਖੇਡਣ ਲਈ ਪਾਰਕ ਵਿੱਚ ਗਏ। ਉੱਥੇ ਗੇਟ ਦੇ ਲਾਗੇ ਹੀ ਮਾਲੀ ਗਿੱਲੀ ਜ਼ਮੀਨ ਨੂੰ ਪੁੱਟ ਕੇ ਕਿਆਰੀਆਂ ਬਣਾ ਰਿਹਾ ਸੀ। ਤਾਜ਼ੀ ਪੁੱਟੀ ਮਿੱਟੀ ਵਿੱਚੋਂ ਬੜੀ ਭਿੰਨੀ ਭਿੰਨੀ ਮਹਿਕ ਆ ਰਹੀ ਸੀ। ਅੱਗੇ ਗਏ ਤਾਂ ਬਹਾਰ ਦੀ ਰੁੱਤ ਹੋਣ ਕਰਕੇ ਬਹੁਤ ਫੁੱਲ ਖਿੜੇ ਹੋਏ ਸਨ। ਕਿਰਨ ਨੇ ਰਾਜੂ ਨੂੰ ਗੁਲਾਬ ਦੇ ਫੁੱਲਾਂ ਕੋਲ ਲਿਜਾ ਕੇ ਕਿਹਾ, ਦੇਖ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਹੈ। ਰਾਜੂ ਨੇ ਕਿਹਾ, ਹਾਂ ਅੱਛੀ ਹੈ, ਪਰ ਉੱਧਰ ਜੋ ਚਿੱਟੇ ਫੁੱਲ ਖਿੜੇ ਹਨ, ਮੈਨੂੰ ਉਹਨਾਂ ਦੀ ਖੁਸ਼ਬੂ ਬਹੁਤ ਵਧੀਆ ਲੱਗਦੀ ਹੈ। ਸੋ ਬੱਚਿਓ, ਪ੍ਰਸ਼ਨ ਦੂਸਰਾ ਹੈ, ਕੋਈ 4 ਚੀਜ਼ਾਂ ਦੀ ਸੂਚੀ ਬਣਾਓ ਜਿਨ੍ਹਾਂ ਦੀ ਖੁਸ਼ਬੂ ਤੁਹਾਨੂੰ ਚੰਗੀ ਲੱਗਦੀ ਹੈ। ਤੁਸੀਂ ਫੁੱਲਾਂ ਦੇ ਨਾਮ ਹੀ ਲਿਖ ਸਕਦੇ ਹੋ, ਗੁਲਾਬ ਦੀ, ਠੀਕ ਹੈ, ਕਮਲ ਦੀ, ਗੇਂਦੇ ਦੀ, ਹੋਰ ਕਿਸੇ ਚੀਜ਼ ਦਾ ਵੀ ਨਾਮ ਲਿਖ ਸਕਦੇ ਹੋ ਜਿਨ੍ਹਾਂ ਦੀ ਤੁਹਾਨੂੰ ਖੁਸ਼ਬੂ ਬਹੁਤ ਵਧੀਆ ਲੱਗਦੀ ਹੈ। ਮਿੱਟੀ ਦੀ, ਕੱਚੀ ਮਿੱਟੀ ਦੀ, ਕਈਆਂ ਨੂੰ ਘੜੇ ਦੀ, ਇਸ ਤਰ੍ਹਾਂ ਦੀਆਂ ਖੁਸ਼ਬੂ ਵੀ ਵਧੀਆ ਲੱਗਦੀਆਂ। ਜਦ ਉਹ ਫੁੱਲਾਂ ਨੂੰ ਸੁੰਘਣ ਵਿੱਚ ਮਗਨ ਸਨ ਤਾਂ ਰਾਜੂ ਦੇ ਇੱਕ ਦੋਸਤ ਨੇ ਪਿੱਛੋਂ ਆ ਕੇ ਉਸ ਦੀਆਂ ਅੱਖਾਂ ਬੰਦ ਕਰ ਦਿੱਤੀਆਂ। ਤੁਸੀਂ ਵੀ ਬੱਚਿਓ ਕਰਦੇ ਹੋਵੋਗੇ, ਬੱਚੇ ਨੂੰ ਪਤਾ ਵੀ ਦੱਸ ਕੌਣ ਹੈ। ਰਾਜੂ ਨੇ ਉਸ ਦੇ ਹੱਥਾਂ ਨੂੰ ਟੋਹਿਆ ਅਤੇ ਤੁਰੰਤ ਬੋਲ ਉੱਠਿਆ, ਅਰਸ਼ਦੀਪ। ਅਰਸ਼ ਨੇ ਅੱਖਾਂ ਤੋਂ ਹੱਥ ਚੁੱਕ ਲਏ ਅਤੇ ਕਹਿਣ ਲੱਗਾ, ਵਾਹ ਬਈ ਵਾਹ,
ਮੈਨੂੰ ਲੱਗਦਾ ਸੀ ਕਿ ਤੈਨੂੰ ਪਤਾ ਹੀ ਨਹੀਂ ਲੱਗਣਾ ਅਤੇ ਮੈਂ ਤੈਨੂੰ ਖੂਬ ਖਿਜਾਵਾਂਗਾ। ਰਾਜੂ ਨੇ ਅੱਗੋਂ ਕਿਹਾ, ਯਾਰ ਤੇਰੇ ਹੱਥ ਬੜੇ ਸਖਤ ਅਤੇ ਉਂਗਲਾਂ ਮੋਟੀਆਂ ਹਨ, ਸੋ ਮੈਨੂੰ ਛੂਹਣ ਸਾਰ ਹੀ ਪਤਾ ਚੱਲ ਗਿਆ ਕਿ ਇਹ ਅਰਸ਼ ਦੇ ਹੱਥ ਹੀ ਹੋ ਸਕਦੇ ਹਨ। ਸੋ ਬੱਚਿਓ, ਇਹ ਕਿਰਿਆ ਜਮਾਤ ਵਿੱਚ ਤੁਸੀਂ ਵੀ ਕਰ ਸਕਦੇ ਹੋ। ਕਿਸੇ ਦੀਆਂ ਅੱਖਾਂ ਬੰਦ ਕਰਕੇ ਉਸ ਨੂੰ ਕਹੋ, ਪਛਾਣੋ ਕੌਣ, ਬੋਲਣਾ ਨਹੀਂ। ਅਰਸ਼ ਅੱਜ ਆਪਣੇ ਕੁੱਤੇ ਨੂੰ ਵੀ ਨਾਲ ਲੈ ਕੇ ਆਇਆ ਸੀ। ਉਸ ਤੋਂ ਡਰ ਕੇ ਰਾਜੂ ਪਾਸੇ ਹੋ ਗਿਆ ਸੀ। ਅਰਸ਼ ਕਹਿਣ ਲੱਗਾ, ਤੂੰ ਇਸ ਤੋਂ ਡਰਨਾ, ਇਹ ਤੈਨੂੰ ਕੁਝ ਨਹੀਂ ਕਹਿੰਦਾ। ਮੈਂ ਇਸ ਨੂੰ ਸਾਬਣ ਨਾਲ ਨਹਾ ਕੇ ਲਿਆਇਆ ਹਾਂ, ਦੇਖ ਇਸ ਦੀ ਜੱਤ ਕਿੰਨੀ ਮੁਲਾਇਮ ਹੈ। ਅਰਸ਼ ਦੇ ਕਹਿਣ 'ਤੇ ਰਾਜੂ ਉਸ ਦੀ ਪਿੱਠ ਉੱਤੇ ਹੱਥ ਫੇਰਨ ਲੱਗਾ। ਉਸ ਦੀ ਜੱਤ ਸੱਚਮੁੱਚ ਹੀ ਬਹੁਤ ਮੁਲਾਇਮ ਸੀ ਅਤੇ ਰਾਜੂ ਨੂੰ ਉਸ ਦੇ ਹੱਥ ਲਗਾਉਣਾ ਚੰਗਾ ਲੱਗਿਆ। ਰਾਜੂ ਦੇ ਹੱਥ ਫੇਰਦੇ ਰਹਿਣ ਨਾਲ ਕੁੱਤਾ ਉਸ ਵੱਲ ਦੇਖ ਕੇ ਪੂਛ ਹਿਲਾਉਣ ਲੱਗਾ। ਅਰਸ਼ ਨੇ ਕਿਹਾ, ਦੇਖਿਆ ਤੂੰ ਐਵੇਂ ਹੀ ਡਰੀ ਜਾਂਦਾ ਸੀ, ਇਹ ਤੈਨੂੰ ਕਿੰਨੇ ਪਿਆਰ ਨਾਲ ਦੇਖ ਰਿਹਾ ਹੈ। ਰਾਜੂ ਨੂੰ ਯਾਦ ਆਇਆ ਕਿ ਆਪਣੇ ਘਰ ਜਦ ਉਹ ਵੱਛੀ ਨੂੰ ਪਿਆਰ ਨਾਲ ਛੂੰਹਦਾ ਹੈ ਤਾਂ ਉਹ ਵੀ ਉਸ ਦਾ ਹੱਥ ਚੱਟਣ ਲੱਗ ਜਾਂਦੀ ਹੈ। ਉਸ ਨੂੰ ਸਮਝ ਆ ਗਈ ਸੀ ਕਿ ਮਨੁੱਖਾਂ ਵਾਂਗ ਜਾਨਵਰ ਵੀ ਭਾਵਨਾਵਾਂ ਅਤੇ ਸ਼ੋਅ ਮਹਿਸੂਸ ਕਰਦੇ ਹਨ। ਸ਼ੋਅ ਮਹਿਸੂਸ ਕਰਨ ਦਾ ਮਤਲਬ ਬੱਚਿਓ ਕਿ ਜਦੋਂ ਆਪਾਂ ਪਿਆਰ ਨਾਲ ਕਿਸੇ ਜਾਨਵਰ ਨੂੰ ਛੂਹਨੇ ਆ ਤਾਂ ਉਸ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਮੇਰੇ ਨਾਲ ਪਿਆਰ ਕਰ ਰਿਹਾ ਹੈ। ਠੀਕ ਹੈ, ਉਹ ਵੀ ਇਹਨਾਂ ਭਾਵਨਾਵਾਂ ਨੂੰ ਮਹਿਸੂਸ ਕਰਦੇ ਹਨ। ਐਨੇ ਵਿੱਚ ਪਾਰਕ ਦਾ ਮਾਲੀ ਉਹਨਾਂ ਕੋਲ ਆ ਗਿਆ ਅਤੇ ਉਸ ਨੇ ਅਰਸ਼ ਨੂੰ ਕਿਹਾ ਕਿ ਪਾਰਕ ਵਿੱਚ ਕੁੱਤਾ ਲੈ ਕੇ ਆਉਣ ਦੀ ਮਨਾਹੀ ਹੈ, ਤੁਸੀਂ ਇਸ ਨੂੰ ਬਾਹਰ ਲੈ ਜਾਓ। ਅਰਸ਼ ਨੂੰ ਉਸ ਵੇਲੇ ਉਸ ਦੀ ਗੱਲ ਬੁਰੀ ਤਾਂ ਲੱਗੀ, ਪਰ ਬਾਅਦ ਵਿੱਚ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋਇਆ। ਕਿਰਿਆ 2, ਮੇਜ਼ ਉੱਪਰ ਲੋਹਾ, ਲੱਕੜ, ਪਲਾਸਟਿਕ, ਰਬੜ, ਇੱਟ, ਪੱਥਰ, ਚੀਕਣੀ ਮਿੱਟੀ ਆਦਿ ਦੇ ਟੁਕੜੇ ਰੱਖੇ ਜਾਣ। ਵਿਦਿਆਰਥੀ ਆਪਣੀਆਂ ਅੱਖਾਂ ਬੰਦ ਕਰਕੇ ਵਾਰੀ-ਵਾਰੀ ਇਹਨਾਂ ਨੂੰ ਛੂਹ ਕੇ ਪਛਾਣਨ ਦੀ ਕੋਸ਼ਿਸ਼ ਕਰਨਗੇ ਕਿ ਇਹ ਕਿਸ ਪਦਾਰਥ ਦੇ ਟੁਕੜੇ ਹਨ। ਸੋ ਇਹ ਕਿਰਿਆ ਬੱਚੋ ਬਹੁਤ ਵਧੀਆ ਹੈ, ਤੁਸੀਂ ਘਰ ਵਿੱਚ ਵੀ ਇਸ ਨੂੰ ਕਰ ਸਕਦੇ ਹੋ। ਜਦੋਂ ਸਕੂਲ ਖੁੱਲ੍ਹਣਗੇ ਫਿਰ ਕਲਾਸ ਵਿੱਚ ਕੀਤੀ ਜਾਊਗੀ। ਕਿਰਨ ਦਾ ਖਿਆਲ ਭੁੱਲ ਕੇ ਰਾਜੂ ਅਤੇ ਅਰਸ਼ ਆਪਸ ਵਿੱਚ ਗੱਲਾਂ ਕਰਦੇ ਕਰਦੇ ਕੁਝ ਦੂਰ ਨਿਕਲ ਗਏ ਤਾਂ ਕਿਰਨ ਉਹਨਾਂ ਫੁੱਲਾਂ ਕੋਲ ਹੀ ਬਣੇ ਬੈਂਚ ਉੱਤੇ ਬੈਠ ਗਈ। ਉਸ ਬੈਂਚ 'ਤੇ ਇੱਕ ਹੋਰ ਆਦਮੀ ਵੀ ਬੈਠਾ ਸੀ। ਉਹ ਕਿਰਨ ਦੇ ਨੇੜੇ ਆ ਗਿਆ ਅਤੇ ਕਿਰਨ ਨੂੰ ਗੱਲਾਂ ਵਿੱਚ ਲਾਉਣ ਲੱਗਾ। ਉਹ ਉਸ ਨੂੰ ਪੁੱਛਣ ਲੱਗਾ ਕਿ ਉਹ ਕਿਹੜੀ ਜਮਾਤ ਵਿੱਚ ਪੜ੍ਹਦੀ ਹੈ, ਉਸ ਦਾ ਘਰ ਕਿੱਥੇ ਹੈ। ਉਸ ਨੇ ਕਿਰਨ ਨੂੰ ਇੱਕ ਟਾਫੀ ਵੀ ਦਿੱਤੀ। ਗੱਲਾਂ ਕਰਦੇ ਕਰਦੇ ਉਹ ਕਿਰਨ ਦੀ ਪਿੱਠ 'ਤੇ ਹੱਥ ਫੇਰਨ ਲੱਗਾ। ਕਿਰਨ ਨੂੰ ਉਸ ਦਾ ਇਸ ਤਰ੍ਹਾਂ ਛੂਹਣਾ ਬਹੁਤ ਪਰੇਸ਼ਾਨ ਕਰਨ ਲੱਗਾ। ਉਹ ਉੱਥੋਂ ਦੌੜ ਕੇ ਰਾਜੂ ਹੋਰਾਂ ਪਾਸ ਚਲੀ ਗਈ ਅਤੇ ਉਹਨਾਂ ਨੂੰ ਦੱਸਣ ਲੱਗੀ ਕਿ ਬੈਂਚ ਉੱਤੇ ਕੋਈ ਬੁਰਾ ਆਦਮੀ ਬੈਠਾ ਹੈ। ਰਾਜੂ ਅਤੇ ਅਰਸ਼ ਬੈਂਚ ਵੱਲ ਗਏ ਤਾਂ ਉਹ ਆਦਮੀ ਉੱਥੋਂ ਜਾ ਚੁੱਕਾ ਸੀ। ਸੋ ਬੱਚਿਓ, ਤੁਸੀਂ ਇਸ ਨੂੰ ਬੈਡ ਟੱਚ ਅਤੇ ਗੁੱਡ ਟੱਚ ਕਹਿੰਦੇ ਨੇ। ਵਧੀਆ ਮਹਿਸੂਸ ਕਰਨਾ ਅਤੇ ਬੁਰਾ ਮਹਿਸੂਸ ਕਰਨਾ। ਜਦੋਂ ਕੋਈ ਆਪਾਂ ਨੂੰ ਛੂੰਹਦਾ ਹੈ, ਅਗਰ ਆਪਣੇ ਪਿਆਰ ਕਰਨ ਵਾਲਾ ਜਾਂ ਆਪਣਾ ਜਾਣਕਾਰ ਆਪਾਂ ਨੂੰ ਛੂੰਹਦਾ ਹੈ ਤਾਂ ਉਹ ਪਿਆਰ ਕਰਦਾ। ਅਗਰ ਕੋਈ ਅਣਜਾਣ ਬੰਦਾ ਇਸ ਤਰ੍ਹਾਂ ਕਰਦਾ ਹੈ ਤਾਂ ਇਹਦਾ ਮਤਲਬ ਉਹ ਬੁਰਾ ਵੀ ਹੋ ਸਕਦਾ। ਇਸ ਚੀਜ਼ ਨੂੰ ਤੁਸੀਂ ਜ਼ਰੂਰ ਫੀਲ ਕਰਨਾ, ਮਹਿਸੂਸ ਕਰਨਾ ਸਿੱਖਣਾ। ਬੱਚਿਓ, ਜਦੋਂ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਛੂਹੇ ਜਾਂ ਗੱਲਬਾਤ ਕਰੇ ਜੋ ਤੁਹਾਨੂੰ ਠੀਕ ਨਾ ਲੱਗੇ ਅਤੇ ਪਰੇਸ਼ਾਨ ਕਰੇ ਤਾਂ ਉਸ ਵਿਅਕਤੀ ਤੋਂ ਪਾਸੇ ਹੋ ਜਾਓ। ਇਸ ਬਾਰੇ ਤੁਰੰਤ ਆਪਣੇ ਵੱਡਿਆਂ ਨੂੰ ਦੱਸੋ। ਤੁਸੀਂ ਕਿਸੇ ਪਾਰਕ 'ਚ, ਮੇਲੇ 'ਚ, ਵਿਆਹ ਸ਼ਾਦੀ 'ਚ, ਭੀੜ ਭੜੱਕੇ ਵਾਲੀਆਂ ਜਗ੍ਹਾ 'ਤੇ ਇਸ ਤਰ੍ਹਾਂ ਬੱਚਿਓ ਤੁਹਾਡੇ ਨਾਲ ਹੋ ਸਕਦਾ ਕਿ ਤੁਸੀਂ ਆਪਣੇ ਪਰਿਵਾਰ ਤੋਂ ਥੋੜ੍ਹਾ ਅਲੱਗ ਹੋ। ਠੀਕ ਹੈ, ਸੋ ਤੁਸੀਂ ਸੁਚੇਤ ਰਹਿਣਾ, ਧਿਆਨ ਰੱਖਣਾ ਹੈ ਕਿ ਕਿਹੜਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹੈ। ਕਿਸੇ ਓਪਰੇ ਦੀ ਦਿੱਤੀ ਹੋਈ ਚੀਜ਼ ਬਿਲਕੁਲ ਨਹੀਂ ਖਾਣੀ ਆਪਣੇ ਜਾਣ ਪਛਾਣ ਵਾਲੇ ਤੋਂ ਬਿਨਾਂ, ਔਰ ਇਸ ਤਰ੍ਹਾਂ ਦੀ ਜਿਹੜੀ ਛੂਹ ਹੈ ਉਹਨੂੰ ਮਹਿਸੂਸ ਕਰਨਾ। ਫਿਰ ਉਹਨਾਂ ਨੇ ਪਾਰਕ ਦੀ ਇੱਕ ਨੁੱਕਰ ਵਿੱਚ ਪਏ ਵਾਟਰ ਕੂਲਰ ਤੋਂ ਠੰਡਾ ਠੰਡਾ ਪਾਣੀ ਪੀਤਾ। ਦਿਨ ਛਿਪ ਰਿਹਾ ਸੀ। ਉਹ ਘਰ ਮੁੜਨ ਲੱਗੇ। ਪਾਰਕ ਦੇ ਇੱਕ ਕੋਨੇ ਵਿੱਚ ਕੂੜੇ ਦਾ ਵੱਡਾ ਢੇਰ ਪਿਆ ਸੀ। ਇਸ ਵਿੱਚੋਂ ਬੜੀ ਬਦਬੂ ਆ ਰਹੀ ਸੀ। ਕਿਰਨ ਨੇ ਨੱਕ ਬੰਦ ਕਰ ਲਿਆ। ਰਾਜੂ ਕਹਿਣ ਲੱਗਾ,
ਹੁਣੇ ਕਿੰਨੀ ਸੋਹਣੀ ਮਹਿਕ ਲੈਂਦੇ ਆਏ ਹਾਂ ਅਤੇ ਇੱਥੇ ਕਿੰਨੀ ਬਦਬੂ ਆ ਰਹੀ ਹੈ। ਇਹ ਕੂੜਾ ਹਰ ਰੋਜ਼ ਇੱਥੋਂ ਚੁੱਕਿਆ ਜਾਵੇ ਤਾਂ ਬਦਬੂ ਨਾ ਆਵੇ। ਜਦੋਂ ਇਹ ਕਈ ਦਿਨ ਇੱਥੇ ਪਿਆ ਰਹਿੰਦਾ ਹੈ ਤਾਂ ਇਹ ਗਲ ਸੜ ਕੇ ਮੁਸ਼ਕ ਮਾਰਨ ਲੱਗ ਪੈਂਦਾ ਹੈ। ਅਰਸ਼ ਨੇ ਕਿਹਾ, ਸਾਨੂੰ ਘੱਟ ਤੋਂ ਘੱਟ ਕੂੜਾ ਪੈਦਾ ਕਰਨਾ ਚਾਹੀਦਾ ਹੈ ਅਤੇ ਇਸ ਦੀ ਵੱਧ ਪੈਦਾਇਸ਼ ਲਈ ਜ਼ਿੰਮੇਵਾਰ ਵਸਤੂਆਂ ਜਿਵੇਂ ਪਾਲੀਥੀਨ ਦੇ ਲਿਫਾਫੇ ਆਦਿ ਦੀ ਵਰਤੋਂ ਘਟਾਉਣੀ ਚਾਹੀਦੀ ਹੈ। ਸੋ ਬੱਚਿਓ, ਆਪਾਂ ਨੂੰ ਵੀ ਘੱਟ ਤੋਂ ਘੱਟ ਕੂੜਾ ਪੈਦਾ ਕਰਨਾ ਚਾਹੀਦਾ ਔਰ ਕੂੜੇ ਨੂੰ ਹਰ ਰੋਜ਼ ਸੁੱਟਿਆ ਜਾਵੇ ਤਾਂ ਉਹ ਬਦਬੂ ਨਹੀਂ ਮਾਰਦਾ। ਇਹ ਤੁਸੀਂ ਦੇਖ ਰਹੇ ਹੋ ਪਾਰਕ ਦੇ ਕੋਨੇ 'ਚ, ਤੁਹਾਨੂੰ ਮੈਂ ਦਿਖਾਉਣਾ ਤਸਵੀਰ। ਆ ਦੇਖੋ, ਪਾਰਕ ਬਹੁਤ ਸੋਹਣਾ ਹੁੰਦਾ ਹੈ, ਉੱਥੇ ਬਹੁਤ ਕੁਦਰਤੀ ਨਜ਼ਾਰੇ ਹੁੰਦੇ ਹਨ, ਪਰ ਜਦੋਂ ਕੋਈ ਉੱਥੇ ਇਸ ਤਰ੍ਹਾਂ ਕੂੜਾ ਸੁੱਟ ਦਿੰਦਾ ਹੈ ਤਾਂ ਉਸ ਨਜ਼ਾਰੇ ਨੂੰ, ਉਸ ਖੁਸ਼ਬੂ ਨੂੰ ਬਦਬੂ 'ਚ ਬਦਲ ਦਿੰਦਾ ਹੈ। ਕਿਰਨ ਅਤੇ ਰਾਜੂ ਜਦ ਘਰ ਪੁੱਜੇ ਤਾਂ ਰਸੋਈ ਵਿੱਚੋਂ ਬੜੀ ਮਹਿਕ ਆ ਰਹੀ ਸੀ। ਉਹ ਦੋਵੇਂ ਸਿੱਧੇ ਰਸੋਈ ਵਿੱਚ ਚਲੇ ਗਏ। ਕਿਰਨ ਕਹਿੰਦੀ, ਮੰਮੀ ਜੀ ਕੀ ਬਣ ਰਿਹਾ ਹੈ? ਬੜੀ ਮਹਿਕ ਆ ਰਹੀ ਹੈ। ਮੰਮੀ, ਤੁਸੀਂ ਬੁੱਝੋ। ਰਾਜੂ, ਮਹਿਕ ਤੋਂ ਤਾਂ ਜਾਪਦਾ ਹੈ ਹਲਵਾ ਬਣ ਰਿਹਾ ਹੈ। ਮੰਮੀ, ਬਿਲਕੁਲ ਠੀਕ। ਕਿਰਨ, ਇਹ ਕੀ ਚੀਜ਼ ਹੈ? ਇਸ ਵਿੱਚੋਂ ਬੜੀ ਮਹਿਕ ਆ ਰਹੀ ਹੈ। ਪੁਦੀਨੇ ਦੀ ਗੁੱਟੀ ਚੁੱਕ ਕੇ ਉਸਨੇ ਕਿਹਾ। ਮੰਮੀ, ਇਹ ਪੁਦੀਨਾ ਹੈ, ਆਪਾਂ ਇਸ ਦੀ ਚਟਨੀ ਬਣਾਵਾਂਗੇ। ਰਾਜੂ, ਮੰਮੀ, ਖਾਣੇ ਦੀ ਮਹਿਕ ਨੇ ਤਾਂ ਭੁੱਖ ਹੋਰ ਵਧਾ ਦਿੱਤੀ ਹੈ। ਹੁਣ ਤੁਸੀਂ ਸਾਨੂੰ ਜਲਦੀ ਖਾਣਾ ਦਿਓ। ਮੰਮੀ, ਚਲੋ ਤੁਸੀਂ ਹੱਥ ਧੋਵੋ, ਮੈਂ ਹੁਣੇ ਖਾਣਾ ਲਗਾ ਦਿੰਦੀ ਹਾਂ। ਫਿਰ ਸਾਰੇ ਪਰਿਵਾਰ ਨੇ ਮਿਲ ਕੇ ਖਾਣੇ ਦੇ ਨਾਲ ਗਰਮਾ ਗਰਮ ਹਲਵਾ ਖਾਧਾ। ਸੋ ਬੱਚਿਓ, ਇਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਈਆਂ। ਇੱਕ ਤਾਂ ਤੁਸੀਂ ਸੁੰਘ ਕੇ ਕਿਸੇ ਚੀਜ਼ ਦਾ ਪਤਾ ਲਾ ਸਕਦੇ ਹੋ, ਖੁਸ਼ਬੂ ਦਾ ਵਾਰਾ, ਫੁੱਲਾਂ ਦਾ, ਖਾਣੇ ਦੀ ਖੁਸ਼ਬੂ। ਦੂਜਾ, ਜੋ ਮਹਿਸੂਸ ਫੀਲ ਜਿਹੜੀ ਦਿੱਤੀ ਗਈ ਕਿ ਤੁਹਾਨੂੰ ਕੋਈ ਚੰਗੇ ਤਰੀਕੇ ਨਾਲ ਛੂਹ ਰਿਹਾ ਹੈ ਜਾਂ ਬੁਰੇ ਤਰੀਕੇ ਨਾਲ ਛੂਹ ਰਿਹਾ ਹੈ, ਤੁਸੀਂ ਉਸ ਨੂੰ ਪਛਾਣ ਸਕਦੇ ਹੋ। ਵਸਤੂਆਂ ਦੀਆਂ ਆਵਾਜ਼ਾਂ ਤੋਂ ਉਹਨੂੰ ਪਛਾਣ ਸਕਦੇ ਹੋ। ਛੂਹ ਕੇ ਵਸਤੂ ਦਾ ਖੁਰਦਰਾਪਨ, ਸੌਫਟ, ਉਸ ਚੀਜ਼ ਨੂੰ ਪਛਾਣ ਸਕਦੇ ਹੋ। ਸੋ ਇਹਨਾਂ ਚੀਜ਼ਾਂ ਨਾਲ ਵੀ ਆਪਾਂ ਵਸਤੂਆਂ ਦੀ ਪਛਾਣ ਕਰ ਸਕਦੇ ਹਾਂ। ਠੀਕ ਹੈ ਬੱਚਿਓ, ਇਸ ਦੇ ਪ੍ਰਸ਼ਨ ਉੱਤਰ ਆਪਾਂ ਅਗਲੇ ਭਾਗ 'ਚ ਕਰਾਂਗੇ। ਠੀਕ ਹੈ, ਤਦ ਤੱਕ ਲਈ ਧੰਨਵਾਦ। ਥੈਂਕ ਯੂ। ਘਰੇ ਰਹੋ, ਸੁਰੱਖਿਅਤ ਰਹੋ।